ਲੁਧਿਆਣਾ ਦੇ ਵਿੱਚ ਲਾਪਤਾ ਹੋਏ 7 ਸਾਲ ਦੇ ਸਹਿਜਪ੍ਰੀਤ ਕਾਂਡ ਦੇ ਵਿੱਚ ਹੁਣ ਸੱਚ ਸਾਹਮਣੇ ਆਇਆ ਹੈ ਕਿ ਜਿਸ ਦੇ ਉਸਦੇ ਤਾਇਆ ਵੱਲੋਂ ਹੀ ਉਸਦਾ ਕਤਲ ਕਰ ਦਿੱਤਾ ਗਿਆ ਹੈ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਘਰ ਦਾ ਕੋਈ ਘਰੇਲੂ ਵਿਵਾਦ ਸੀ, ਜਿਸ ਕਰਕੇ ਉਸਦਾ ਤਾਇਆ ਉਸ ਨੂੰ ਆਪਣੇ ਨਾਲ ਲੈ ਗਿਆ ਤੇ ਉਸ ਤੋਂ ਬਾਅਦ ਇੱਕ ਨਹਿਰ ਦੇ ਵਿੱਚ ਡੁਬੋ ਕੇ ਉਸਦਾ ਕਤਲ ਕਰ ਦਿੱਤਾ ਹੈ। ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਹੀ ਸੂਚਨਾ ਆਉਂਦੀ ਹੈ ਤਾਂ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਨਾਲ ਸਹਿਜਪ੍ਰੀਤ ਨੂੰ ਲੱਭਣ ਵਾਸਤੇ ਗੱਲ ਕੀਤੀ ਜਾ ਰਹੀ ਸੀ ਤੇ ਉਸਦੇ ਘਰ ਦੇ ਵਿੱਚ ਵਿਲਾਪ ਦਾ ਮਾਹੌਲ ਹੈ। ਤਸਵੀਰਾਂ ਅਸੀਂ ਤੁਹਾਨੂੰ ਉਸਦੇ ਘਰ ਦੀਆਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਘਰ ਦੇ ਵਿੱਚ ਕਿਸ ਤਰੀਕੇ ਦਾ ਹਾਲ ਹੈ ਤਾਂ ਕਿਸ ਤਰੀਕੇ ਦੇ ਨਾਲ ਸਹਿਜ ਦਾ ਪੂਰਾ ਪਰਿਵਾਰ ਇਸ ਵੇਲੇ ਰੋ ਰਿਹਾ ਹੈ। ਔਰ ਦੱਸਣਾ ਚਾਹਾਂਗੇ ਕਿ ਸਹਿਜਪ੍ਰੀਤ ਦਾ ਜਿਹੜਾ ਤਾਇਆ ਹੈ ਉਹ ਇਸ ਨੂੰ 2 ਦਿਨ ਪਹਿਲਾਂ ਆਪਣੇ ਨਾਲ ਘੁਮਾਉਣ ਲੈ ਕੇ ਗਿਆ ਔਰ ਉਸ ਤੋਂ ਬਾਅਦ ਉਸ ਨੂੰ ਪਹਿਲੇ ਕੋਈ ਚੀਜ਼ਾਂ ਲੈ ਕੇ ਦਿੱਤੀਆਂ ਤਾਂ ਉਸ ਤੋਂ ਬਾਅਦ ਉਸਨੇ ਨਹਿਰ ਦੇ ਵਿੱਚ ਡੁਬੋ ਕੇ ਉਸ ਦਾ ਕਤਲ ਕਰ ਦਿੱਤਾ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਰਿਵਾਰਕ ਮੈਂਬਰਾਂ ਦੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਰੋ ਕੇ ਜਿਹੜਾ ਹੈ ਉਹਨਾਂ ਦਾ ਬੁਰਾ ਹਾਲ ਹੈ। ਤਾਂ ਇਸ ਜਿਹੜੀ ਹੱਤਿਆਕਾਂਡ ਨੂੰ ਲੈ ਕੇ ਹੁਣ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਜਿਸ ਤਰੀਕੇ ਦੇ ਨਾਲ ਬੱਚੇ ਦਾ ਕਤਲ ਕੀਤਾ ਗਿਆ ਤਾਂ ਉਸ ਦੇ ਵਿੱਚ ਪਰਿਵਾਰਕ ਮੈਂਬਰਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ। ਤਾਂ ਇਸ ਨੂੰ ਲੈ ਕੇ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਜਿਸ ਬਰਬਰਤਾ ਦੇ ਨਾਲ ਉਸ ਬੱਚੇ ਦਾ ਕਤਲ ਕੀਤਾ ਗਿਆ ਹੈ ਉਹ ਸਵਾਲਾਂ ਦੇ ਘੇਰੇ 'ਚ ਹੈ ਕਿ ਆਖਿਰਕਾਰ ਬੱਚੇ ਦਾ ਕੀ ਕਸੂਰ ਸੀ। ਦਰਅਸਲ 2 ਦਿਨ ਪਹਿਲਾਂ ਜਲੰਧਰ ਬਾਈਪਾਸ ਤੋਂ ਉਸ ਦਾ ਤਾਇਆ ਜਿਹੜਾ ਸਵਰਨ ਸਿੰਘ ਸੀ ਫਰੂਟ ਲੈਣ ਗਿਆ ਤਾਂ ਉਸਨੇ ਸਹਿਜਪ੍ਰੀਤ ਨੂੰ ਆਪਣੇ ਨਾਲ ਲੈ ਗਿਆ, ਲੇਕਿਨ ਉਸ ਤੋਂ ਬਾਅਦ ਸਹਿਜਪ੍ਰੀਤ ਵਾਪਸ ਨਹੀਂ ਆਇਆ। ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਇਹ ਮੰਨ ਕੇ ਚੱਲ ਰਹੀ ਸੀ ਕਿ ਇਸ ਦਾ ਤਾਇਆ ਹੀ ਇਸ ਦੇ ਵਿੱਚ ਪੂਰਾ ਕਸੂਰਵਾਰ ਹੈ। ਤਾਂ ਉਸ ਤੋਂ ਬਾਅਦ ਜਦੋਂ 2 ਦਿਨ ਲਗਾਤਾਰ ਉਸ ਦੇ ਨਾਲ ਪੁੱਛਤਾਛ ਕੀਤੀ ਗਈ ਤਾਂ ਉਸਨੇ ਆਪਣਾ ਗੁਨਾਹ ਕਬੂਲਿਆ ਤੇ ਗਿੱਲ ਨਹਿਰ ਤੇ ਉਸ ਤੋਂ ਬਾਅਦ ਗਈ ਪੁਲਿਸ, ਉਸ ਦਾ ਤਾਇਆ ਵੀ ਨਾਲ ਗਿਆ ਤਾਂ ਗਿੱਲ ਨਹਿਰ ਦੇ ਵਿੱਚ ਜਾ ਕੇ ਜਿਹੜਾ ਹੈ ਸ਼ਵ ਨੂੰ ਬਰਾਮਦ ਕੀਤਾ ਗਿਆ। ਤਾਂ ਫਿਲਹਾਲ ਜਿਹੜਾ ਹੈ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨਜਾਇਜ਼ ਤੌਰ ਦੇ ਉੱਤੇ ਕਤਲ ਹੋਈ ਹੈ ਤਾਂ ਉਹ ਕਾਰਨ ਇਹ ਸੀ ਕਿ ਕੁਝ ਬੱਚਾ ਕਿਸੇ ਵੇਲੇ ਮਜ਼ਾਕ ਕਰਦਾ ਸੀ, ਉਸ ਦੇ ਤਾਏ ਨੂੰ ਕੁਝ ਗੱਲਾਂ ਕਹਿੰਦਾ ਸੀ ਤਾਂ ਉਸ ਨੂੰ ਕਹਿ ਕੇ ਉਹ ਗੱਲਾਂ ਉਸ ਨੂੰ ਪਸੰਦ ਨਹੀਂ ਸੀ ਤਾਂ ਇੱਕ ਛੋਟੀ ਜੀ ਹੀ ਘਰ ਦੇ ਵਿੱਚ ਆਪਸੀ ਲੜਾਈ ਕਰਕੇ ਹੀ ਇਸ ਸਹਿਜਪ੍ਰੀਤ ਦਾ ਕਤਲ ਕਰ ਦਿੱਤਾ ਗਿਆ ਹੈ। ਤਾਂ ਅਬਦੁੱਲਾਪੁਰ ਦਾ ਰਹਿਣ ਵਾਲਾ ਸੀ ਤਾਂ ਇਸ ਦੇ ਮਾਮਲੇ ਦੇ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਉਹਦਾ ਸ਼ਵ ਮਿਲ ਚੁੱਕਾ ਹੈ। ਤਾਂ ਉਸਦੀ ਕਿਉਂਕਿ ਉਸਦੇ ਤਾਏ ਦੀ ਬਹੁਤ ਸਾਰੀ CCTV ਫੁਟੇਜ ਵੀ ਸਾਹਮਣੇ ਆਈ ਸੀ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਆਪਣੇ ਨਾਲ ਲੈ ਕੇ ਗਿਆ, ਕਿਉਂਕਿ ਗੁਰਦੁਆਰਾ ਸਾਹਿਬ ਦੀ ਵੀ ਕੁਝ ਫੁਟੇਜ ਸੀ ਉਹ ਵੀ ਸਾਹਮਣੇ ਆਈ ਸੀ ਤਾਂ ਕਿਸ ਤਰੀਕੇ ਨਾਲ ਸਾਈਕਲ ਤੇ ਲੈ ਕੇ ਗਿਆ ਸੀ ਇਹ ਵੀ ਫੁਟੇਜ ਸਾਹਮਣੇ ਆਈਆਂ ਸੀ। ਤਾਂ ਉਹ ਇੱਕ ਤਾਂ ਦੱਸਣਾ ਚਾਹਾਂਗੇ ਕਿ ਸਹਿਜਪ੍ਰੀਤ ਇੱਕ ਬਹੁਤ ਅੱਛਾ ਤਬਲਾ ਵੀ ਵਜਾਉਂਦਾ ਸੀ ਤਾਂ ਲਗਾਤਾਰ ਗੁਰਦੁਆਰਾ ਸਾਹਿਬ ਵਿਖੇ ਜਾਂਦਾ ਸੀ ਤਾਂ ਉਸ ਦੇ ਵਿੱਚ ਮੁਹੱਲੇ ਦੇ ਲੋਕ ਵੀ ਉਸ ਨੂੰ ਬਹੁਤ ਪਿਆਰ ਕਰਦੇ ਸੀ ਔਰ ਪੂਰੇ ਮੁਹੱਲੇ ਦਾ ਸਭ ਤੋਂ ਪਿਆਰਾ ਬੱਚਾ ਅਗਰ ਕਿਹਾ ਜਾਵੇ ਤਾਂ ਸਹਿਜਪ੍ਰੀਤ ਸੀ, ਕਿਉਂਕਿ ਉਸ ਨੂੰ ਤਬਲੇ ਦਾ ਸ਼ੌਂਕ ਸੀ ਤੇ ਉਸ ਦਾ ਤਬਲਾ ਸੁਣਨ ਵਾਸਤੇ ਆਸ-ਪਾਸ ਦੇ ਲੋਕ ਦੂਰ ਦਰਾਜੇ ਤੋਂ ਆਉਂਦੇ ਸਨ। ਤਾਂ ਫਿਲਹਾਲ ਸਹਿਜਪ੍ਰੀਤ ਹੁਣ ਇਸ ਦੁਨੀਆ 'ਚ ਨਹੀਂ ਰਿਹਾ ਹੈ। ਤਾਂ ਦੱਸਣਾ ਚਾਹਾਂਗੇ ਕਿ ਰਾਤ ਵੇਲੇ ਜਿਹੜਾ ਹੈ ਸਾਰੀ ਰਾਤ ਆਪਰੇਸ਼ਨ ਚੱਲਦਾ ਰਿਹਾ। ਰਾਤ ਵੇਲੇ ਪੁਲਿਸ ਵੱਲੋਂ ਜਿਹੜੇ ਹੈ ਕੁਝ ਟੀਮਾਂ ਵੀ ਲਗਾਈਆਂ ਗਈਆਂ ਤਾਂ ਉਸ ਦੇ ਵਿੱਚ ਜਿਹੜੀ ਇਹ ਗੱਲ ਸਾਹਮਣੇ ਆਈ ਕਿ ਸਹਿਜਪ੍ਰੀਤ ਨੂੰ ਨਹਿਰ 'ਚ ਡੁਬੋ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਤਾਂ ਤਸਵੀਰਾਂ ਵੀ ਤੁਹਾਨੂੰ ਅਸੀਂ ਉਸ ਨਹਿਰ ਦੀਆਂ ਵੀ ਸਾਂਝੀਆਂ ਕਰ ਰਹੇ ਹਾਂ। ਫਿਲਹਾਲ ਪਰਿਵਾਰਕ ਮੈਂਬਰਾਂ ਦੀ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਜਿਹੜਾ ਕਤਲ ਕਾਂਡ ਨੂੰ ਜਿਹੜਾ ਹੈ ਅੰਜਾਮ ਦਿੱਤਾ ਗਿਆ ਹੈ। ਲੇਕਿਨ ਵੱਡਾ ਸਵਾਲ ਹੈ ਕਿ ਆਖਿਰਕਾਰ ਅਗਰ ਪਰਿਵਾਰਿਕ ਕੋਈ ਲੜਾਈ ਸੀ, ਅਗਰ ਬੱਚਾ ਕੋਈ ਘਰ ਦੇ ਵਿੱਚ ਮਜ਼ਾਕ ਕਰਦਾ ਹੈ ਜਾਂ ਕਿਸੇ ਨੂੰ ਕੁਝ ਕਹਿੰਦਾ ਹੈ ਤਾਂ ਉਸ ਦੀ ਇਸ ਤਰੀਕੇ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਕਿ ਬੱਚੇ ਨੂੰ ਮਾਰ ਹੀ ਦਿੱਤਾ ਜਾਵੇ। ਤੇ ਇਸ ਘਟਨਾ ਨੂੰ ਲੈ ਕੇ ਨਿੰਦਾ ਜਿਹੜੀ ਹੈ ਹੁਣ ਪੂਰੇ ਦੇਸ਼ ਭਰ ਦੇ ਵਿੱਚ ਹੋ ਰਹੀ ਹੈ, ਦੁਨੀਆ ਭਰ ਦੇ ਵਿੱਚ ਹੋ ਰਹੀ ਹੈ ਕਿ ਆਖਿਰਕਾਰ ਕਿਉਂ ਜਿਹੜਾ ਹੈ ਸਹਿਜਪ੍ਰੀਤ ਨੂੰ ਮਾਰਿਆ ਗਿਆ। ਤੁਸੀਂ ਵੇਖ ਸਕਦੇ ਹੋ ਕਿ ਉਸ ਦੀ ਮਾਂ ਜੋ ਕਿ ਕੱਲ੍ਹ ਸੜਕਾਂ ਦੇ ਉੱਤੇ ਇੱਕ ਆਪਣੇ ਬੇਟੇ ਦੀ ਤਸਵੀਰ ਲੈ ਕੇ ਚੱਲ ਰਹੀ ਸੀ ਔਰ ਕਹਿ ਰਹੀ ਸੀ ਕਿ ਅਗਰ ਉਹ ਅੰਮ੍ਰਿਤਸਰ 'ਚ ਹੈ ਜਾਂ ਲੁਧਿਆਣਾ 'ਚ ਹੈ ਜਾਂ ਜਲੰਧਰ 'ਚ ਹੈ ਜਾਂ ਕਿਤੇ ਵੀ ਸ਼ਹਿਰ ਦੇ ਵਿੱਚ ਹੈ ਤਾਂ ਉਸ ਨੂੰ ਉਸ ਦਾ ਬੇਟਾ ਵਾਪਸ ਦਿੱਤਾ ਜਾਵੇ। ਲੇਕਿਨ ਫਿਲਹਾਲ ਉਸ ਬੱਚਾ ਜਿਹੜਾ ਹੈ ਉਸ ਵੇਲੇ ਵੀ ਮੌਤ ਦੀ ਨੀਂਦ ਸੋ ਚੁੱਕਾ ਸੀ, ਇਸ ਕਰਕੇ ਉਸ ਦਾ ਬੱਚਾ ਬਰਾਮਦ ਨਹੀਂ ਹੋਇਆ। ਤਾਂ ਹੁਣ ਜਿਹੜਾ ਹੈ ਇਹ ਬੱਚਾ ਸਾਹਮਣੇ ਆਇਆ ਹੈ। ਤਾਂ ਇਸ ਮਾਮਲੇ ਦੇ ਵਿੱਚ ਅਸੀਂ ਅੰਮ੍ਰਿਤਸਰ ਵਿੱਚ ਵੀ ਕਾਫੀ ਜ਼ਿਆਦਾ ਇਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਸੀ, ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਉਹ ਜਾਣਦੇ ਹਾਂ ਲੁਧਿਆਣਾ ਪੁਲਿਸ ਕਮਿਸ਼ਨਰ ਨਾਲ, ਜਿਨ੍ਹਾਂ ਨੇ ਸਾਡੇ ਨਾਲ एक्सक्लूसिव गलबात की है। उनका तो घरेलू झगड़ा था जी। वो कहता है ये उसकी जो दोनों सिस्टर्स हैं, दोनों ब्रदर्स में ब्याही हुई हैं एक ही घर में। कहता है कि वो ਜਿਹੜੀ जो भी छोटे वाले की सिस्टर थी वो कुछ माड़ा बोलती थी, चंगे शब्द भी इस्तेमाल कर दी थी मेरी मदर और मेरे परिवार जी। तो उस तो बाद फिर इनू किडनैप किया गया बच्चे को सर? नहीं, वो तो तय ही था जी, घरों लैके गया थोड़ा दूर साइकिल पे गया, साइकिल के बाद बिठा लिया उन्हें, प्लान किया उन्होंने। ਤੇ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਸਰ ਕਤਲ ਕੀਤਾ ਇਹਦਾ? धक्का दे दिया उसने नहर में ले जाए। ਅੱਛਾ, ਤੇ ਹੁਣ ਸਰ ਪੁਲਿਸ ਵੱਲੋਂ ਕੋਈ ਕੀ ਕਾਰਵਾਈ ਅਮਲ 'ਚ ਲਿਆਂਦੀ ਗਈ ਇਹਦੇ 'ਚ? तो उन्होंने राउंड अप करे ही हुआ है जी लड़ बंदे ने। ਤੇ ਸਰ ਇਹਦੇ ਵਿੱਚ ਕੋਈ ਹੋਰ ਵੀ ਇਨਵੋਲਵਮੈਂਟ ਹੈ ਕੋਈ ਪਰਿਵਾਰਕ ਮੈਂਬਰ ਦੀ, ਜਿਸ ਤਰ੍ਹਾਂ ਤੁਸੀਂ ਉਹਦੀ ਵਾਈਫ ਦੀ ਗੱਲ ਕੀਤੀ? और तो कोई नहीं निकली जी, अकेला ताई थी, वही दिखा है जी।
ਜਿਹੜਾ ਲੈ ਕੇ ਗਿਆ ਹੈ। ਸਾਡੇ ਕੋਲ CCTV ਫੁਟੇਜ ਸਾਰੀ ਜਗ੍ਹਾ ਦੀ ਹੈ। ਪਹਿਲੇ ਉਹ ਕहीं और ਸਤਲੁਜ ਸਾਈਡ ਲੈ ਕੇ ਗਿਆ ਸੀ, ਬਾਅਦ ਵਿੱਚ ਕਰ ਲਿਆ। ਓਕੇ, ਤੇ ਸਰ ਇਹਦੇ ਵਿੱਚ ਜਿਹੜਾ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਦੋਨਾਂ ਭੈਣਾਂ ਦੀ ਲੜਾਈ ਸੀ, ਤਾਂ ਕੋਈ ਉਸਦੀ ਵਾਈਫ ਨੂੰ ਵੀ ਦੱਸਿਆ ਜਾ ਰਿਹਾ ਕਿ ਉਹਦੀ ਵਾਈਫ ਨੂੰ ਪਤਾ ਸੀ ਕਿ ਮੇਰੇ ਪਤੀ ਨੇ ਮਾਰਿਆ? इस बारे में ना अभी वेरिफिकेशन होनी है जी, तस्दीक है, अगर कुछ है नहीं है क्या। जो बंदा पहुंचा लेट सवेरे पर सर इस मामले 'ਚ इंसाफ मिलूगा क्योंकि बहुत ज़्यादा आवाज़ उठ रही है और पुलिस वालों जिस तरह है किया जा रहा है कि राउंड अप भी किया गया, तो की ਇਹਦੇ 'ਚ ਅਰੈਸਟ पूरी कार्रवाई होएगी सर? देखो अरेस्ट का बंदा ਜਿਹੜਾ ਹੈ ਸਾਡੇ ਵੱਲੋਂ ਹੈ ਹੀ ਆਲਰੇਡੀ ਜੀ, ਉਹੀ ਰਿਸਪੌਂਸਿਬਲ ਹੈ, ਘਰ ਦਾ ਹੀ ਮੈਂਬਰ ਸੀ ਉਹ। ਬੱਚੇ ਤੇ ਐਤਬਾਰ ਸੀ, ਉਹਦੇ ਨਾਲ ਹੀ ਬੱਚਾ ਚਲਾ ਗਿਆ ਜੀ। ਠੀਕ ਹੈ ਸਰ, ਥੈਂਕ ਯੂ ਸਰ। ਫਿਰ ਅਲਟੀਮੇਟਲੀ ਜਿਹੜਾ ਉਹਨੂੰ ਧੱਕਾ ਦੇ ਕਰਕੇ ਤੇ ਕਤਲ ਦਾ ਪਰਚਾ ਦਰਜ ਕਰਤਾ ਗਿਆ ਸਰ? ਉਸ ਉਹਦੇ ਵਿੱਚ ਕਤਲ ਦੀ ਧਾਰਾ ਐਡ ਕਰ ਦਿੱਤੀ ਗਈ ਸਰ ਉਹਦੇ 'ਚ? ਹਾਂਜੀ ਹਾਂਜੀ, ਉਹ ਸਭ ਫਾਈਨੈਂਸ ਕਰ ਦਿੱਤੀ ਜਾਂਦੀ ਹੈ ਜੀ। ਠੀਕ ਹੈ ਸਰ, ਥੈਂਕ ਯੂ ਸਰ। ਤਾਂ ਤੁਸੀਂ ਵੇਖਿਆ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਆਖਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਪੂਰੀ ਘਟਨਾ ਦੀ ਉਹਨਾਂ ਨੇ ਸਾਨੂੰ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਉਸਦਾ ਤਾਇਆ ਹਮੇਸ਼ਾ ਸ਼ੱਕ ਦੇ ਘੇਰੇ ਸੀ ਔਰ ਪਹਿਲੇ ਦਿਨ ਤੋਂ ਹੀ ਉਸਦੇ ਤਾਏ ਨੂੰ ਜਿਹੜਾ ਹੈ ਰਾਉਂਡ ਅਪ ਕਰ ਲਿੱਤਾ ਗਿਆ ਸੀ। ਤਾਂ ਰਾਉਂਡ ਅਪ ਕਰਨ ਤੋਂ ਬਾਅਦ ਉਸ ਨੂੰ ਜਿਹੜਾ ਹੈ ਅੱਜ ਜਿਹੜਾ ਹੈ ਹੁਣ ਗ੍ਰਿਫਤਾਰੀ ਉਹਦੀ ਪਾ ਲਿੱਤੀ ਗਈ ਹੈ। ਤਾਂ ਉਸ ਨੂੰ ਧਾਰਾ 302 ਦੇ ਤਹਿਤ ਉਹਦੇ 'ਤੇ ਪਰਚਾ ਵੀ ਦਰਜ ਕਰ ਦਿੱਤਾ ਗਿਆ ਹੈ। ਤਾਂ ਕੁੱਲ ਮਿਲਾ ਕੇ ਅਗਰ ਗੱਲ ਕਰੀਏ ਤਾਂ ਇਸ ਹੱਤਿਆਕਾਂਡ ਦੇ ਵਿੱਚ ਚਾਹੇ ਦੋਸ਼ੀ ਫੜਿਆ ਗਿਆ ਹੋਵੇ, ਲੇਕਿਨ ਵੱਡਾ ਸਵਾਲ है कि आखिरकार इस तरह का कत्ल क्यों इंसानियत इतनी शर्मसार हो जाती है, क्यों लोग इन्ने बेकदरे हो जाते हैं कि रिश्ते नूं भी कुछ नहीं समझते। जिस तरीके दे नाल पुलिस अधिकारी ने दस्सिया कि उन्हां दा आपसी कलह सी ते कलह करके ही इस पूरे ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਤਾਂ ਤੁਹਾਨੂੰ ਦੱਸਣਾ ਚਾਹਾਂਗੇ ਲੁਧਿਆਣਾ ਦੇ ਸਹਿਜਪ੍ਰੀਤ ਕਤਲकांड ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਉਸਦੇ ਤਾਏ ਨੇ ਹੀ ਉਸਦਾ ਕਤਲ ਕੀਤਾ ਸੀ। ਤੁਸੀਂ ਦੇਖ ਸਕਦੇ ਹੋ ਕਿ ਸੰਘਣੇ ਇਲਾਕੇ 'ਚ ਰਹਿੰਦਾ ਸੀ ਤੇ ਉਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਵੇਲੇ ਕਿਸ ਤਰੀਕੇ ਦਾ ਮਾਹੌਲ ਹੈ। ਤਾਂ ਲੋਕ ਜਿਹੜੇ ਨੇ ਸਹਿਜਪ੍ਰੀਤ ਦੇ ਘਰ ਦੇ ਵੱਲ ਜਾ ਰਹੇ ਨੇ, ਉਸ ਨੂੰ ਯਾਦ ਕਰ ਰਹੇ ਨੇ। ਔਰ ਦੱਸਣਾ ਚਾਹਾਂਗੇ ਸਹਿਜਪ੍ਰੀਤ ਇੱਕ ਬਹੁਤ ਪਿਆਰਾ ਬੱਚਾ ਸੀ ਜੋ ਕਿ ਇਸ ਪੂਰੇ ਇਲਾਕੇ ਦੀ ਸ਼ਾਨ ਸੀ, ਕਿਉਂਕਿ ਉਸ ਨੂੰ ਲਗਾਤਾਰ ਲੋਕ ਪਸੰਦ ਕਰਦੇ ਸੀ ਕਿਉਂਕਿ ਤਬਲਾ ਵਜਾਉਂਦਾ ਸੀ ਔਰ ਅਕਸਰ ਆਪਣੀ ਜਿਹੜੀ ਛੋਟੀ ਛੋਟੀ ਬੱਚਿਆਂ ਦੀਆਂ ਖਮਸਤੀਆਂ ਹੁੰਦੀਆਂ ਨੇ, ਜਿਹੜੇ ਛੋਟੇ ਛੋਟੇ ਮਜ਼ਾਕ ਹੁੰਦੇ ਨੇ, ਉਸ ਕਰਕੇ ਉਹ ਜਾਣਿਆ ਜਾਂਦਾ ਸੀ। ਤਾਂ ਉਸ ਸਹਿਜਪ੍ਰੀਤ ਨੂੰ ਹੁਣ ਜਿਹੜਾ ਹੈ ਕਤਲ ਕਰ ਦਿੱਤਾ ਗਿਆ। ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਿਹਾ ਉਸਦੇ ਘਰ ਦੀਆਂ ਨੇ। ਤਾਂ ਘਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਸਦੇ ਘਰ ਇਸ ਵੇਲੇ ਮਾਤਮ ਦਾ ਮਾਹੌਲ ਹੈ। ਉਸਦੀ ਮਾਂ ਅਤੇ ਹੋਰ ਵੀ ਪਰਿਵਾਰਕ ਮੈਂਬਰ ਜਿਹੜੇ ਨੇ ਇਸ ਵੇਲੇ ਘਰ 'ਚ ਪੁੱਜੇ ਨੇ। ਤਾਂ ਉਹਨਾਂ ਨੇ ਕਿਹਾ ਕਿ ਸਹਿਜਪ੍ਰੀਤ ਜੋ ਕਿ ਇੱਕ ਸਾਡੇ ਅੱਖਾਂ ਦਾ ਤਾਰਾ ਸੀ, ਮਾਂ ਦਾ ਦੁਲਾਰਾ ਸੀ, ਉਹ ਅੱਜ ਸਾਡੇ ਵਿੱਚ ਨਹੀਂ ਹੈ। ਤਾਂ ਉਸ ਦੇ ਵਿੱਚ ਜਿਹੜਾ ਦੋਸ਼ੀ ਹੈ ਉਸਦਾ ਖੁਦ ਦਾ ਆਪਣਾ ਤਾਇਆ ਹੀ ਹੈ, ਕਿਉਂਕਿ ਤਾਏ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸਨ ਕਿਉਂਕਿ ਜਿਸ ਤਰੀਕੇ ਨਾਲ ਉਸਨੇ ਰਾਉਂਡ ਅਪ ਕੀਤਾ ਸੀਗਾ ਤਾਂ ਉਸ ਵੇਲੇ ਹੀ ਪੁਲਿਸ ਨੂੰ ਸ਼ੱਕ ਲੱਗ ਰਿਹਾ ਸੀ ਕਿ ਉਸਦੇ ਤਾਏ ਨੇ ਉਸਦਾ ਕਤਲ ਕੀਤਾ ਹੈ, ਕਿਉਂਕਿ ਤਾਇਆ ਉਸ ਨੂੰ ਪਸੰਦ ਨਹੀਂ ਸੀ ਕਰਦਾ। ਕਿਉਂਕਿ ਉਸ ਜਿਹੜਾ ਤਾਇਆ ਸੀ ਉਸਦੀ ਘਰ ਦੀ ਨੂੰ ਉਹ ਛੋਟਾ ਬੱਚਾ ਮਜ਼ਾਕ ਕਰਦਾ ਸੀ। ਤਾਂ ਇਸ ਕਰਕੇ ਉਸ ਮਜ਼ਾਕ ਨੂੰ ਪਸੰਦ ਨਾ ਹੋਣ ਕਰਕੇ ਜਿਹੜਾ ਹੈ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਣਾ ਚਾਹਾਂਗੇ ਸਹਿਜਪ੍ਰੀਤ ਜਿਸ ਨੂੰ ਲੈ ਕੇ ਦੁਆਵਾਂ ਪੂਰੇ ਦੇਸ਼ ਅਤੇ ਦੁਨੀਆ ਭਰ ਦੇ ਵਿੱਚ ਉੱਠ ਰਹੀਆਂ ਸਨ, ਜਿਸ ਦੇ ਵਿੱਚ ਦੁਨੀਆ ਭਰ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਸਹਿਜ ਨੂੰ ਲੱਭਿਆ ਜਾਵੇ, ਲੇਕਿਨ ਸਹਿਜ ਨਹੀਂ ਲੱਭਦਾ ਔਰ ਸਹਿਜ ਦੀ ਅੱਜ ਡੈੱਡ ਬੋਡੀ ਜਿਹੜੀ ਹੈ ਬਰਾਮਦ ਹੁੰਦੀ ਹੈ। ਤਾਂ ਡੈੱਡ ਬੋਡੀ ਜਿਹੜੀ ਹੈ ਲੁਧਿਆਣਾ ਦੇ ਇੱਕ ਨਹਿਰ 'ਚੋਂ ਬਰਾਮਦ ਹੋਈ ਹੈ। ਪਰ ਉਸ ਤੋਂ ਬਾਅਦ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਇਨਸਾਨੀ ਰਿਸ਼ਤੇ ਇੰਨੇ ਕਮਜ਼ੋਰ ਕਿਉਂ ਹੋ ਚੁੱਕੇ ਨੇ, ਕਿਉਂ ਇਸ ਤਰ੍ਹਾਂ ਇਨਸਾਨ ਜਿਹੜੀਆਂ ਹਰਕਤਾਂ ਕਰਦਾ ਹੈ ਜਿਹਦੇ ਨਾਲ ਕਿ ਇਨਸਾਨੀਅਤ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਇੱਕ ਚੰਗੇ ਪਰਿਵਾਰ ਤੋਂ ਤਾਲੁਕ ਰੱਖਣ ਵਾਲਾ ਬੱਚਾ ਜਿਸ ਨੂੰ ਕਿ ਅੱਜ ਮਾਰ ਦਿੱਤਾ ਗਿਆ ਹੈ। ਤਾਂ ਤੁਸੀਂ ਵੇਖਿਆ ਸੀ ਜਿਸ ਤਰੀਕੇ ਨਾਲ ਉਹਦੀ ਤਸਵੀਰ ਵਾਇਰਲ ਹੋਈ ਸੀ, ਇੱਕ ਗਲੀ 'ਚ ਖੜੇ ਹੋ ਕੇ ਬੱਚਾ ਕਿਸ ਤਰੀਕੇ ਨਾਲ ਹੱਸ ਖੇਡ ਰਿਹਾ ਹੈ, ਲੇਕਿਨ ਉਸ ਹੀ ਗਲੀ ਦੇ ਵਿੱਚ ਅੱਜ ਲੋਕ ਉਸ ਬੱਚੇ ਦਾ ਮਾਤਮ ਮਨਾਉਣ ਵਾਸਤੇ ਆ ਰਹੇ ਨੇ। ਤੇ ਮਾਤਮ ਇਸ ਕਰਕੇ ਮਨਾਇਆ ਜਾ ਰਿਹਾ ਕਿ ਸਹਿਜ ਦਾ ਕਤਲ ਕਰ ਦਿੱਤਾ ਗਿਆ ਹੈ ਔਰ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਉਸਦੇ ਆਪਣੇ ਹੀ ਸਕੇ ਤਾਏ ਨੇ ਉਸਦਾ ਕਤਲ ਕੀਤਾ ਹੈ, ਕਿਉਂਕਿ ਤਾਏ ਦੇ ਨਾਲ ਉਹ ਬੱਚਾ ਕੁਝ ਮਜ਼ਾਕ ਕਰਦਾ ਸੀ ਤੇ ਉਹ ਮਜ਼ਾਕ ਜਿਹੜਾ ਹੈ ਉਸਦੇ ਪਰਿਵਾਰਕ ਮੈਂਬਰਾਂ ਨੂੰ ਪਸੰਦ ਨਹੀਂ ਸੀ। ਤਾਂ ਇਸ ਕਰਕੇ ਜਿਹੜਾ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਦੁਨੀਆ ਭਰ ਦੇ ਵਿੱਚ ਹੁਣ ਆਵਾਜ਼ ਉੱਠ ਰਹੀ ਹੈ ਕਿ ਇਸ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ। ਤਾਂ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਕਿ ਆਖਿਰਕਾਰ ਇਸ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ। ਲੇਕਿਨ ਜਿਸ ਤਰ੍ਹਾਂ ਲੁਧਿਆਣਾ ਪੁਲਿਸ ਕਮਿਸ਼ਨਰ ਨਾਲ ਅਸੀਂ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਕਿ ਪਰਿਵਾਰਕ ਮਸਲਾ ਸੀ ਤੇ ਸਾਨੂੰ ਪਹਿਲੇ ਦਿਨ ਤੋਂ ਹੀ ਸ਼ੱਕ ਸੀਗਾ ਉਸ ਦੇ ਵਿੱਚ, ਅਸੀਂ ਜਿਹੜਾ ਹੈ ਕਿ ਉਸ ਨੂੰ गिरफ्तार कर लिया है। तो धारा 302 के तहत परचा भी दर्ज कर दिता गया है। तो लेकिन फिलहाल सहज नूं लैके बहुत सारी आवाज़ां उठ रही ने
ਹੁਣ ਦੇਖਣਾ ਹੋਏਗਾ ਕਿ ਬਾਕੀ ਕਿਹੜੇ ਮੈਂਬਰ ਇਨਵੋਲਵ ਹੁੰਦੇ ਨੇ, ਕਿਉਂਕਿ ਜਿਸ ਤਰ੍ਹਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਉਹਦੇ ਵਿੱਚ ਇਹ ਜਾਣਕਾਰੀ ਮਿਲ ਰਹੀ ਹੈ ਕਿ ਉਸ ਦੇ ਤਾਏ ਦੀ ਜਿਹੜੀ ਪਤਨੀ ਸੀ ਉਸ ਨੂੰ ਇਸ ਕਤਲकांड ਬਾਰੇ ਜਾਣਕਾਰੀ ਸੀ, ਔਰ ਅਗਰ ਉਸ ਨੂੰ ਇਸ ਕਤਲकांड ਬਾਰੇ ਜਾਣਕਾਰੀ ਸੀ ਤਾਂ ਉਸਨੇ ਪਰਿਵਾਰ ਨੂੰ ਕਿਉਂ ਨਹੀਂ ਦੱਸਿਆ। ਤਾਂ ਇਹ ਵੀ ਸਵਾਲ ਸਾਹਮਣੇ ਆ ਰਹੇ ਨੇ। ਤਾਂ ਬਹੁਤ ਸਾਰੇ ਸਵਾਲ ਜਿਹੜੇ ਹਾਲੇ ਵੀ ਬਾਕੀ ਨੇ, ਲੇਕਿਨ ਫਿਲਹਾਲ ਜਿਸ ਤਰੀਕੇ ਨਾਲ ਲੁਧਿਆਣਾ 'ਚ ਕੁਝ ਸਮੇਂ ਪਹਿਲੇ ਇੱਕ ਰੋਜ਼ ਨਾਮ ਦੀ ਲੜਕੀ ਦਾ ਇਸ ਤਰੀਕੇ ਨਾਲ ਕਤਲ ਕੀਤਾ ਗਿਆ ਸੀ, ਉਸ ਦੀ ਗੁਆਂਢਣ ਨੇ ਕਤਲ ਕੀਤਾ ਸੀ, ਲੇਕਿਨ ਹੁਣ ਇਸ ਲੁਧਿਆਣਾ ਦੇ ਵਿੱਚ ਹੀ ਇੱਕ ਹੋਰ ਵੱਡੀ ਘਟਨਾ ਵਾਪਰੀ ਹੈ, ਜਿੱਥੇ ਕਿ ਅਬਦੁੱਲਾਪੁਰ ਜੋ ਕਿ ਬੱਸ ਸਟੈਂਡ ਦੇ ਨਜ਼ਦੀਕ ਦਾ ਏਰੀਆ ਪੈਂਦਾ ਹੈ, ਉੱਥੇ ਜਿਹੜਾ ਹੈ ਇੱਕ ਬੱਚੇ ਦਾ ਕਤਲ ਕਰ ਦਿੱਤਾ ਗਿਆ ਹੈ। ਤਾਂ ਕਤਲ ਕਿਸੇ ਹੋਰ ਨੇ ਨਹੀਂ, ਉਸਦੇ ਆਪਣੇ ਤਾਏ ਨੇ ਕੀਤਾ ਹੈ। ਤਾਂ ਇਸ ਮਾਮਲੇ ਤੋਂ ਲੈ ਕੇ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਤਾਂ ਕਿ ਅਸੀਂ ਉਹ ਤੁਹਾਡੇ ਵਿਚਾਰ ਜਿਹੜੇ ਨੇ ਵਡਮੁੱਲੇ ਵਿਚਾਰ ਜਿਹੜੇ ਪੁਲਿਸ ਤੱਕ ਭੇਜ ਸਕੀਏ ਔਰ ਸਜ਼ਾ ਦੀ ਜਿਹੜੀ ਮੰਗ ਕੀਤੀ ਜਾ ਰਹੀ, ਕਿਉਂਕਿ ਛੋਟਾ ਬੱਚਾ ਸੀ ਜਿਸ ਨੇ ਮਹਿਜ ਹਲੇ ਦੁਨੀਆ ਦੇ ਵਿੱਚ ਆਪਣੀਆਂ ਸ਼ਰਾਰਤਾਂ ਦੇਖੀਆਂ ਸੀ, ਜ਼ਿੰਦਗੀ ਦੇ ਇੱਕ ਸ਼ੁਰੂਆਤੀ ਚਰਨ 'ਚ ਸੀਗਾ, ਉਸ ਤੋਂ ਬਾਅਦ ਅਗਲੇ ਪੜਾਅ 'ਚ ਜਾਣਾ ਸੀ, ਲੇਕਿਨ ਉਸ ਪੜਾਅ 'ਚ ਜਾਣ ਤੋਂ ਪਹਿਲਾਂ ਹੀ ਉਸ ਨੂੰ ਜਿਹੜਾ ਹੈ ਖਾਮੋਸ਼ ਕਰ ਦਿੱਤਾ ਗਿਆ। ਤਾਂ ਦੱਸਣਾ ਚਾਹਾਂਗੇ ਸਹਿਜਪ੍ਰੀਤ ਇੱਕ ਛੋਟਾ 7 ਸਾਲ ਦਾ ਬੱਚਾ, ਜਿਸ ਦਾ ਕਿ ਅੱਜ ਸਵੇਰੇ ਜਿਹੜੀ ਹੈ ਉਸ ਦੀ ਸਰੀਰ ਜਿਹੜਾ ਹੈ ਬਰਾਮਦ ਹੁੰਦਾ ਹੈ, ਉਹ ਇੱਕ ਨਹਿਰ ਦੇ ਨੇੜਿਓਂ ਬਰਾਮਦ ਹੋਇਆ। ਤਾਂ ਉਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋਏ ਸਨ, ਆਖਿਰਕਾਰ ਇੰਨੀ ਦੂਰ ਪਹੁੰਚਿਆ ਕਿਵੇਂ। ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਦੇ ਘਰ ਤੋਂ ਜਿਹੜੀ ਜਗ੍ਹਾ ਹੈ ਕਾਫੀ ਦੂਰੀ ਤੇ ਹੈ, ਤਾਂ ਇੰਨੀ ਦੂਰੀ ਤੇ ਕਿਵੇਂ ਪਹੁੰਚਿਆ, ਉਸ ਦਾ ਤਾਇਆ ਕੀ ਮਨਸ਼ਾ ਲੈ ਕੇ ਗਿਆ, ਕਿਸ ਤਰੀਕੇ ਦੀ ਪਲੈਨਿੰਗ ਉਸ ਦੇ ਵੱਲੋਂ ਕੀਤੀ ਗਈ ਸੀ, ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਇੱਕ ਯੋਜਨਾਬੱਧ ਤਰੀਕਾ ਹੈ। ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ 1 ਮਿੰਟ ਵਾਸਤੇ ਇਸ ਨੂੰ ਸੋਚਿਆ ਗਿਆ ਹੋਵੇ ਤਾਂ ਉਸ ਤੋਂ ਬਾਅਦ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੋਵੇ, ਲੇਕਿਨ ਯੋਜਨਾਬੱਧ ਤਰੀਕੇ ਦੇ ਨਾਲ ਉਸ ਨੂੰ ਜਿਹੜਾ ਹੈ ਕਤਲ ਕੀਤਾ ਗਿਆ ਹੈ। ਸਹਿਜਪ੍ਰੀਤ ਸਿੰਘ ਦਾ ਜਿਹੜਾ ਹੈ ਸਹਿਜ ਦੇ ਕਤਲ ਤੋਂ ਬਾਅਦ ਹੁਣ ਇਹ ਸਵਾਲ ਨੇ ਕਿ ਆਖਿਰਕਾਰ ਉਸ ਦੇ ਮਨ 'ਚ ਇਹ ਵਿਚਾਰ ਕਿਵੇਂ ਆਏ, ਕਿਵੇਂ ਉਸਨੇ ਸੋਚਿਆ ਕਿ ਇਸ ਦਾ ਕਤਲ ਕਰਨਾ ਹੈ, ਤਾਂ ਉਸ ਦੇ ਵਿੱਚ ਕਿਹੜੇ ਲੋਕ ਸ਼ਾਮਲ ਨੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਉਸ ਦੇ ਪਰਿਵਾਰ ਦੇ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਨੇ, ਕਿਉਂਕਿ ਸਹਿਜ ਦਾ ਬਹੁਤ ਜ਼ਿਆਦਾ ਪਿਆਰ ਸੀ ਔਰ ਘਰ ਦੇ ਵਿੱਚ ਥੋੜ੍ਹਾ ਸਹਿਜ ਨੂੰ ਲੈ ਕੇ ਸਹਿਜ ਦੀ ਸ਼ਰਾਰਤਾਂ ਕਰਕੇ ਹੀ ਮਨਮੁਟਾਵ ਚੱਲਦਾ ਸੀ, ਤਾਂ ਜਿਸ ਕਰਕੇ ਸਹਿਜ ਨੂੰ ਉਸ ਦੇ ਤਾਇਆ ਔਰ ਤੇ ਤਾਈ ਪਸੰਦ ਨਹੀਂ ਸੀ ਕਰਦੇ, ਤਾਂ ਇਸ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ। ਲੇਕਿਨ ਵੱਡੀ ਖਬਰ ਲੁਧਿਆਣਾ ਤੋਂ ਅਸੀਂ ਤੁਹਾਨੂੰ ਦੱਸ ਰਹੇ ਹਾਂ, ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਸਾਡੇ ਨਾਲ ਐਕਸਕਲੂਸਿਵ ਗੱਲਬਾਤ 'ਚ ਵੀ ਰਾਹੀਂ ਵੀ ਦੱਸਿਆ ਹੈ ਕਿ ਇਸ ਦੇ ਵਿੱਚ ਕੀ ਕਾਰਵਾਈ ਅਮਲ 'ਚ ਲਿਆਂਦੀ ਤੇ ਕਿਹਨਾਂ ਹਾਲਾਤਾਂ 'ਚ ਕਤਲ ਹੋਇਆ, ਲੇਕਿਨ ਪਰਿਵਾਰਕ ਮੈਂਬਰਾਂ ਦੀ ਸ਼ਮੂਲੀਅਤ ਉਸ ਦੇ ਵਿੱਚ ਪਰਿਵਾਰ ਮੈਂਬਰਾਂ ਦਾ ਬੁਰਾ ਹਾਲ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਸ਼ਵ ਦਾ ਪੋਸਟਮਾਰਟਮ ਕਰਾ ਕੇ ਪਰਿਵਾਰ ਵਾਲਿਆਂ ਨੂੰ ਡੈੱਡ ਬੋਡੀ ਦਿੱਤੀ ਜਾ ਰਹੀ ਹੈ। ਹੁਣ ਦੇਖਣਾ ਹੋਏਗਾ ਕਿ ਕੀ ਇਸ ਮਾਮਲੇ 'ਚ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ, ਲੇਕਿਨ ਫਿਲਹਾਲ ਸਹਿਜ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਠ ਰਹੇ ਨੇ। ਆਓ ਜਾਣਦੇ ਹਾਂ ਕੀ ਕਹਿਣਾ ਉਹਨਾਂ ਲੋਕਾਂ ਦਾ ਜਿਹੜੇ ਉਸ ਵੇਲੇ ਮੌਕੇ ਤੇ ਮੌਜੂਦ ਸਨ। ਜਗਪ੍ਰੀਤ ਸਿੰਘ ਜੀ। ਜਗਪ੍ਰੀਤ ਕਿਹੜੀ ਜਗ੍ਹਾ ਦਾ ਪੁਲ ਹੈ? ਇਹ ਹਰਨਾਮਪੁਰੇ ਦਾ ਪੁਲ ਆ ਜੀ, ਪਿੰਡ ਹਰਨਾਮਪੁਰਾ ਜੀ। ਸਰ ਜਿਹੜਾ ਇੱਕ ਅੱਜ ਨਹਿਰ ਦੇ ਵਿੱਚ ਡੈੱਡ ਬੋਡੀ ਮਿਲੀ ਹੈ, ਤੁਸੀਂ ਮੌਕੇ ਤੇ ਮੌਜੂਦ ਸੀ? ਹਾਂ ਮੈਂ ਸੀਗਾ ਜੀ, ਆ ਗਿਆ ਸੀ, ਉਸ ਪੁਲਿਸ ਤੋਂ ਬਾਅਦ ਆ ਗਿਆ ਸੀ। ਤੇ ਕਿਵੇਂ ਮਿਲੀ ਡੈੱਡ ਬੋਡੀ, ਕਿਵੇਂ ਦੇ ਪੁਲਿਸ ਵਾਲੇ ਨੂੰ ਮਿਲੀ ਹੈ? ਡੈੱਡ ਬੋਡੀ ਜੀ ਕਿਸੇ ਨੇ ਨਾ, ਉਹ ਜਿਹੜਾ ਉਹਨਾਂ ਨੇ ਫੜਿਆ ਹੋਇਆ ਸੀ ਮੁਜਰਮ ਜੀ, ਉਹਦੇ ਵਿੱਚ ਉਹਨਾਂ ਨੂੰ ਟਾਰਗੇਟ ਕਰਿਆ ਹੋਇਆ ਸੀ। ਉਹ ਬੰਦੇ ਨੇ ਫਿਰ ਉਹਨੂੰ ਉਹਦੀਆਂ ਵੀਡੀਓ ਉਹਨਾਂ ਨੇ ਲੈ ਲਈਆਂ ਸੀਗੀਆਂ ਕੈਮਰਿਆਂ 'ਚ ਵੀ, ਇੱਧਰ ਨੂੰ ਲੈ ਕੇ ਆਇਆ ਬੱਚੇ ਨੂੰ, ਤੇ ਉਹ ਮੰਨ ਗਿਆ। ਫਿਰ ਉਹਨੇ ਦੱਸਿਆ ਵੀ ਬੱਚਾ ਮੈਂ ਇੱਧਰ ਪਿੱਛੇ ਸੁੱਟਿਆ ਥੋੜਾ 2 ਕਿਲੋਮੀਟਰ ਕਿਤੇ ਪਿੱਛੇ। ਉਹ ਬੱਚਾ ਇੱਥੇ ਸਫੈਦੇ 'ਚ ਆ ਕੇ ਫਸ ਗਿਆ, ਲਾਸ਼ ਉਹਦੀ ਬੋਡੀ ਉੱਤੇ ਆ ਗਈ, ਦੂਸਰੇ ਤੀਸਰੇ ਦਿਨ ਆ ਜਾਂਦੀ ਹੈ 24 ਘੰਟੇ ਬਾਅਦ ਜੀ। ਤੇ ਫਿਰ ਉਹ ਪੁਲਿਸ ਆ ਗਈ, ਉਹਦੇ ਆ ਕੇ ਉਹਨਾਂ ਨੇ ਪਛਾਣ ਕਰ ਲਈ, ਬੱਚਾ ਉਹੀ ਨਿਕਲਿਆ ਜੀ। ਬੱਚਾ ਉਹੀ ਨਿਕਲਿਆ। ਨਾਲ ਉਹਦੇ ਕੌਣ ਸੀ? ਉਹੀ ਬੰਦਾ ਸੀ, ਤਾਇਆ ਜੀ? ਤਾਇਆ ਜੀ ਨੂੰ ਪੁਲਿਸ ਨੇ ਅਰੈਸਟ ਕਰਿਆ ਹੋਇਆ ਸੀ, ਉਹਦੇ ਨਾਲ ਸੀਗਾ ਜੀ ਉਹ। ਫਿਰ ਮੌਕੇ ਤੋਂ ਉਹਨੇ ਬਰਾਮਦ ਕਰਵਾਇਆ ਜੀ ਉਹਨੂੰ। ਕਿਹੜਾ ਤੇ ਫਸ ਗਈ ਸੀ ਡੈੱਡ ਬੋਡੀ? ਉਹ ਹਾਂ ਸਫੈਦਾ ਗਿਰਿਆ ਹੋਇਆ ਸੀ ਨਹਿਰ 'ਚ, ਉਹਦੇ ਵਿੱਚ ਆ ਕੇ ਫਸ ਗਈ ਜੀ ਸੀਗੀ। ਠੀਕ ਹੈ। ਤੇ ਮੌਕੇ ਤੇ ਕਿੰਨੇ ਕੁ ਲੋਕ ਸੀ ਜਦੋਂ ਡੈੱਡ ਬੋਡੀ? ਲੋਕ ਬਹੁਤ ਸੀ, ਸਾਡੇ ਪਿੰਡੋਂ ਵੀ ਬੰਦੇ ਆ ਗਏ ਸੀਗੇ ਕਾਫੀ, ਵਿੱਚ ਮੁੰਡਿਆਂ ਕੋਲ ਸਾਨੂੰ ਵੀਡੀਓ ਵੀ ਮਿਲ ਜਾਣੀ ਆ, ਉਹਦੇ ਵੀਡੀਓ ਵੀ ਲੈ ਲਿਓ ਮੁੰਡਿਆਂ ਤੋਂ। ਠੀਕ ਹੈ। ਤੇ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ, ਇਹ ਬਹੁਤ ਜ਼ਿਆਦਾ ਮੰਦਭਾਗੀ, ਸ਼ਰਮਸ਼ਾਰ ਕਰਨ ਵਾਲੀ ਗੱਲ ਹੈ ਇਹ ਦੁਨੀਆਦਾਰੀ ਨਾਲ ਜੀ, ਇੱਕ ਤਰ੍ਹਾਂ ਦੀ ਇਹ। ਧੰਨਵਾਦ। ਹਾਂ ਉਹ ਕੀ ਕੰਮ ਕਰਦੇ ਹੋ? ਅਸੀਂ ਡਰਾਈਵਰ ਹਾਂ ਜੀ, ਗੱਡੀ ਚਲਾਉਣੇ ਹਾਂ ਜੀ। ਅੱਛਾ, ਕੀ ਗੱਲਬਾਤ ਹੋਈ ਸੀ? ਤੇ ਅਸੀਂ ਤਾਂ ਜੀ ਮੈਂ ਨਹਾ ਕੇ ਆਇਆ ਹਾਂ, ਉਹ ਗੱਡੀ ਆਪਣੀ ਖੜਿਆ ਹਾਂ ਗੱਡੀ ਕੋਲ, ਤੇ ਇਧਰੋਂ ਪੁਲਿਸ ਦੀ ਜਿਪਸੀ ਆਈ, ਉਹ ਚ ਬੰਦੇ 5-6 ਨੰਗੇ ਕੱਪੜਿਆਂ ਵਾਲੇ ਉਦਾਂ ਸੀ, ਤੇ ਉਹ ਆਏ ਤੇ ਇੱਥੇ ਆ ਕੇ ਫਿਰ ਉਹਨਾਂ ਨੇ ਮਤਲਬ ਥੱਲੇ ਵੜ ਗਏ ਆ, ਤੇ ਲਾਸ਼ ਬੱਚੇ ਦੀ ਉਹਨਾਂ ਬਾਹਰ ਕੱਢਣ ਦੇ ਸੀ। ਕਿੰਨੇ ਕੁ ਵਜੇ ਦੀ ਗੱਲ ਆ ਬਾਈ ਜੀ ਇਹ? ਇਹ ਤੇ ਲਗਭਗ ਹੋ ਗਿਆ 8 ਵਜੇ ਦੀ ਗੱਲ ਹੈ। 8 ਵਜੇ ਦੀ ਸਵੇਰੇ? 8-8 ਵਜੇ ਹਾਂਜੀ। ਅੱਛਾ, ਇੱਥੋਂ ਜਿਹੜੀ ਬੱਚੇ ਦੀ ਡੈੱਡ ਬੋਡੀ ਇੱਥੋਂ ਮਿਲੀ ਆ? ਹਾਂਜੀ ਹਾਂਜੀ। ਕਿੰਨੇ ਕੁ ਲੋਕ ਸੀਗੇ ਨਾਲ? ਨਾਲ ਬਹੁਤ ਲੋਕ ਸੀ, ਪੁਲਿਸ ਵੀ ਬਹੁਤ ਸੀ। ਅੱਛਾ, ਪੁਲਿਸ ਵੀ ਬਹੁਤ? ਪੁਲਿਸ ਬਹੁਤ ਸੀ ਹਾਂਜੀ, ਤੇ ਉਦਾਂ ਵੀ ਪਰਾਡੇ ਬੰਦੇ ਬਹੁਤ ਸੀ। ਹਾਂਜੀ ਹਾਂਜੀ। ਬੱਚਾ ਡੈਡ ਸੀ? ਬੱਚਾ 100 ਸੀ ਹਾਂਜੀ। ਬੱਚਾ ਕੱਪੜੇ ਦੇ ਵਿੱਚ ਸੀ? ਹਾਂ ਕੱਪੜੇ ਪਾਏ ਹੋਏ ਸੀ ਉਹਨੇ, ਤੇ ਬਾਅਦ ਪੁਰਾਣਾ ਕੱਪੜਾ ਲੈ ਕੇ ਫੈਕਟਰੀ ਚੋਂ, ਤੇ ਫਿਰ ਉਹ ਚ ਵਲੇਟ ਕੇ ਫਿਰ ਲੈ ਗਏ ਉਹ ਅੱਜ। ਹਾਂਜੀ। ਇਹ ਕਿਹੜੀ ਫੈਕਟਰੀ ਦੇ ਕੋਲ ਹੋਇਆ? ਉਹਦੇ ਫੈਕਟਰੀ ਉਹਦੇ। ਇਹ ਕਿਹੜਾ ਪੁਲ ਕਿਹੜਾ ਬਾਈ ਜੀ ਇਹ? ਪੁੱਲ ਦਾ ਤੇ ਮੈਨੂੰ ਪਤਾ ਨਹੀਂ ਬੰਦਾ ਇਹ ਗੱਡੀ। ਹਾਂਜੀ ਹਰਨਾਮਪੁਰੇ? ਹਰਨਾਮਪੁਰੇ ਦਾ ਪੁਲ? ਹਾਂਜੀ ਹਾਂਜੀ।